ਅੱਜ ਅਸੀਂ ਸ਼ੁਰੂ ਕਰਾਂਗੇ ਇੰਡੀਅਨ ਐਵੀਡੈਂਸ ਐਕਟ 1872 ਦੇ ਵਿੱਚ ਸੈਕਸ਼ਨ ਨੰਬਰ 52 ਤੋਂ ਲੈ ਕੇ ਸੈਕਸ਼ਨ ਨੰਬਰ 55 ਤੱਕ ਦੀਆਂ ਪ੍ਰੋਵੀਜ਼ਨਸ, ਜਿਹਦੇ ਵਿੱਚ ਇਹ ਗੱਲ ਦੱਸੀਏ ਕਿ ਕਦੋਂ ਕਿਸੇ ਵਿਅਕਤੀ ਦੇ ਕਰੈਕਟਰ ਨੂੰ ਕੋਰਟ ਦੇ ਵਿੱਚ ਰੈਲੀਵੈਂਟ ਕਿਹਾ ਜਾਏਗਾ ਤੇ ਕਦੋਂ ਕਿਸੇ ਪ੍ਰੋਸੀਡਿੰਗ ਦੇ ਵਿੱਚ ਕਿਸੇ ਵਿਅਕਤੀ ਦੇ ਕਰੈਕਟਰ ਦੀ ਕੋਈ ਮਾਨਤਾ ਨਹੀਂ ਹੋਏਗੀ। ਸੈਕਸ਼ਨ ਨੰਬਰ 52 ਆਫ ਇੰਡੀਅਨ ਐਵੀਡੈਂਸ ਐਕਟ 1872 ਦੇ ਵਿੱਚ ਇਹ ਗੱਲ ਦੱਸੀਏ ਕਿ ਅਗਰ ਕੋਈ ਸਿਵਲ ਕੇਸ ਹੈਗਾ ਏ, ਅਗਰ ਕੋਈ ਦੀਵਾਨੀ ਕੇਸ ਹੈਗਾ ਏ, ਉਹਦੇ ਵਿੱਚ ਕਿਸੇ ਵਿਅਕਤੀ ਦੇ ਖਿਲਾਫ ਅਗਰ ਕੋਈ ਕੰਡਕਟ ਇੰਪਿਊਟ ਕੀਤਾ ਗਿਆ ਏ ਤੇ ਉਸ ਟਾਈਮ ਦੇ ਉੱਤੇ ਉਹਦੇ ਕਰੈਕਟਰ ਦੀ ਆਪਾਂ ਐਵੀਡੈਂਸ ਨਹੀਂ ਦੇ ਸਕਦੇ, ਡੈਟ ਇਜ਼ ਇਰੈਲੀਵੈਂਟ। ਕ੍ਰਿਮੀਨਲ ਕੇਸਿਸ ਦੇ ਵਿੱਚ ਕਰੈਕਟਰ ਦੀ ਐਵੀਡੈਂਸ ਰੈਲੀਵੈਂਟ ਆ, ਬਟ ਸਿਵਲ ਕੇਸ ਦੇ ਵਿੱਚ ਕਿਸੇ ਵਿਅਕਤੀ ਦੇ ਕਰੈਕਟਰ ਦੀ ਐਵੀਡੈਂਸ ਰੈਲੀਵੈਂਟ ਨਹੀਂ ਹੈਗੀ। तो की लिखा है जी, इन सिविल केसेस the fact that the character of any person concerned is such as to render probable or improbable any conducted imputed to him। अगर किसी सिविल केस ਦੇ ਵਿੱਚ ਇਹ ਫੈਕਟ ਆ ਜਾਵੇ ਕਿ ਦੇਖੋ ਜੀ ਇਸ ਵਿਅਕਤੀ ਦਾ ਕਰੈਕਟਰ ਇਦਾਂ ਦਾ ਹੈਗਾ ਏ ਜਿਹਦੇ ਨਾਲ ਉਹਦੇ ਕੰਡਕਟ ਜੋ ਕਿ ਉਹਦੇ ਖਿਲਾਫ ਇੰਪਿਊਟ ਕੀਤਾ ਗਿਆ ਏ, ਉਹਦੇ ਖਿਲਾਫ ਐਲੀਗੇਸ਼ਨ ਲਾਈ ਗਈ ਹੈ ਕਿ ਉਹਨੇ ਇਹ ਕੰਮ ਕੀਤਾ ਏ, ਕਿ ਸੱਚਮੁੱਚ ਇਸ ਵਿਅਕਤੀ ਦਾ ਕੰਡਕਟ ਹੀ ਇਦਾਂ ਦਾ ਹੈਗਾ ਏ ਕਿ ਉਹ ਇਦਾਂ ਦੇ ਕੰਮ ਕਰਦਾ ਏ, ਤੇ ਜਾਂ ਕਿ ਬੰਦਾ ਬੜਾ ਬੇਈਮਾਨ ਹੈਗਾ ਏ, ਸੌਰੀ ਇਮਾਨਦਾਰ ਹੈਗਾ ਏ, ਉਹ ਇਸ ਤਰੀਕੇ ਦਾ ਕੰਮ ਕਰ ਹੀ ਨਹੀਂ ਸਕਦਾ। ਤਾਂ ਕਹਿਣ ਦਾ ਮਤਲਬ ਕਰੈਕਟਰ ਦੇ ਨਾਲ ਉਹਦੇ ਕੰਡਕਟ ਨੂੰ ਅਸੀਂ ਚੈੱਕ ਨਹੀਂ ਕਰਨਾ ਸਿਵਲ ਕੇਸ ਦੇ ਵਿੱਚ। ਪਰ ਅਗਰ ਉਸ ਵਿਅਕਤੀ ਦਾ ਕਰੈਕਟਰ ਹੋਰ ਕਿਸੇ ਪ੍ਰੋਵੀਜ਼ਨ ਦੇ ਵਿੱਚ ਰੈਲੀਵੈਂਟ ਬਣਦਾ ਹੈ, ਜਿਸ ਤਰੀਕੇ ਨਾਲ ਐਗਜ਼ਾਮਪਲ ਦੇ ਤੌਰ ਦੇ ਉੱਤੇ ਸੈਕਸ਼ਨ ਨੰਬਰ 55 ਜਿਹਦੇ ਵਿੱਚ ਡੈਮੇਜਸ ਦੀ ਅਮਾਉਂਟ ਲੈਣ ਦੇ ਲਈ ਕਰੈਕਟਰ ਨੂੰ ਸਾਬਤ ਕੀਤਾ ਜਾ ਸਕਦਾ ਹੈ, ਉੱਥੇ ਕਰੈਕਟਰ ਦੀ ਇੰਪੋਰਟੈਂਸ ਸਿਵਲ ਕੇਸ ਦੇ ਵਿੱਚ ਵੀ ਹੋਏਗੀ ਤੇ ਕ੍ਰਿਮੀਨਲ ਕੇਸ ਦੇ ਵਿੱਚ ਵੀ ਹੋਏਗੀ। तो मैं एक बार रिपीट कर देना सैक्शन नंबर 52 ਦੀ ਪ੍ਰੋਵੀਜ਼ਨ ਨੂੰ। in civil cases character to prove conduct imputed irrelevant। in civil cases ਦੀਵਾਨੀ ਕੇਸਾਂ ਦੇ ਵਿੱਚ the fact that the character of any person concerned is such as to render probable or improbable any conduct imputed to him is irrelevant except insofar as such character appears from the fact otherwise relevant। So this is something about section number 52। ਸੈਕਸ਼ਨ ਨੰਬਰ 52 ਤੋਂ ਬਾਅਦ ਵਿੱਚ ਗੱਲ ਆਂਦੀ ਹੈ ਸੈਕਸ਼ਨ ਨੰਬਰ 53 ਦੀ। ਸੈਕਸ਼ਨ 53 ਦੇ ਵਿੱਚ ਇੱਕ ਛੋਟੀ ਜੀ ਗੱਲ ਦੱਸੀ ਏ ਕਿ ਕ੍ਰਿਮੀਨਲ ਕੇਸ ਦੇ ਵਿੱਚ ਇੱਕ ਵਿਅਕਤੀ ਦੇ ਪ੍ਰੀਵੀਅਸ ਗੁੱਡ ਕਰੈਕਟਰ ਦੀ ਐਵੀਡੈਂਸ ਦਿੱਤੀ ਜਾ ਸਕਦੀ ਹੈ। ਕਿਉਂ? ਕਿਉਂਕਿ ਸੈਕਸ਼ਨ ਨੰਬਰ 53 ਕਹਿੰਦਾ ਏ ਕਿ ਕ੍ਰਿਮੀਨਲ ਕੇਸ ਦੇ ਵਿੱਚ ਇੱਕ ਦੋਸ਼ੀ ਦਾ ਪ੍ਰੀਵੀਅਸ ਗੁੱਡ ਕਰੈਕਟਰ ਰੈਲੀਵੈਂਟ ਹੈਗਾ ਏ ਉਹਦਾ निर्दोषी ਲੱਭਣ ਦੇ ਲਈ। तो ਕੀ ਲਿਖਿਆ ਹੈ? in criminal proceedings the fact that the accused person the person accused is of a good character ਕਿ ਜਿਸ ਵਿਅਕਤੀ ਦੇ ਖਿਲਾਫ ਕੋਈ ਤੋਹਮਤ ਲਗਾਈ ਗਈ ਹੈ ਉਹ ਇੱਕ ਗੁੱਡ ਕਰੈਕਟਰ ਦਾ ਵਿਅਕਤੀ ਆ, ਉਹ ਰੈਲੀਵੈਂਟ ਆ, ਜਿਹਦੇ ਨਾਲ ਇਹ ਪਤਾ ਲੱਗ ਸਕੇ ਕਿ ਉਹ ਬੰਦਾ ਨਿਰਦੋਸ਼ ਹੈਗਾ। ਸੈਕਸ਼ਨ ਨੰਬਰ 53A ਦੇ ਵਿੱਚ ਕੀ ਹੈ? ਇਟ ਟਾਕਸ ਅਬਾਊਟ ਸੈਕਸ਼ੂਅਲ ਆਫੈਂਸਸ। ਸੈਕਸ਼ੂਅਲ ਆਫੈਂਸਸ ਦੇ ਵਿੱਚ ਦੋ ਮੇਨ ਸੈਕਸ਼ਨ ਹੈਗੇ ਆ, ਇੱਕ ਸੈਕਸ਼ਨ ਨੰਬਰ 354 354, ਇੱਕ ਸੈਕਸ਼ਨ 376। what is the basic difference between section 354 and section 376? section 354 outraging the modesty of a woman ਦੀ ਗੱਲ ਕਰਦੇ ਆ, ਜਦੋਂ ਕਿਸੇ ਵਿਮਨ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ ਸੈਕਸ਼ੂਅਲੀ, ਜਦਕਿ 376 ਦੇ ਵਿੱਚ ਉਹਦੇ ਨਾਲ ਫਿਜ਼ੀਕਲ ਰਿਲੇਸ਼ਨਸ਼ਿਪ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੋ ਫਿਜ਼ੀਕਲ ਰਿਲੇਸ਼ਨਸ਼ਿਪ ਬਣਾਏ ਜਾਂਦੇ ਹੈ। ਸੋ 376 talks about rape and section 354 talks about outraging the modesty of a woman। तो section 354 A B C D ਉਹਦੀਆਂ ਵੱਖਰੀਆਂ ਵੱਖਰੀਆਂ ਫਾਰਮਸ ਹੈਗੀਆਂ ਵਾ ਮੋਡੈਸਟੀ ਆਫ ਵਿਮਨ, ਆਊਟਰੇਜਿੰਗ ਦਾ ਮੋਡੈਸਟੀ ਆਫ ਵਿਮਨ ਦੀਆਂ। ਉਸੇ ਤਰੀਕੇ ਨਾਲ 376 A B C D E ਰੇਪ ਦੀਆਂ ਵੱਖਰੀਆਂ ਵੱਖਰੀਆਂ ਫਾਰਮਸ ਹੈਗੀਆਂ।
ਕਹਿਣ ਦਾ ਮਤਲਬ ਇਹ ਹੈਗਾ ਏ ਕਿ ਅਗਰ ਕਿਸੇ offense ਦੀ prosecution ਚੱਲਦੀ ਪਈ ਹੈ ਤੇ ਉਹ offense section 354 ਜਾਂ 354 A B C D ਦੇ ਵਿੱਚ ਫਾਲ ਕਰਦਾ ਏ ਜਾਂ section 376 ਜਾਂ 376 A B C D E ਦੇ ਵਿੱਚ ਫਾਲ ਕਰਦਾ ਏ ਆਫ ਇੰਡੀਅਨ ਪੀਨਲ ਕੋਡ ਤੇ ਜਾਂ ਇਹ ਉੱਪਰ ਲਿਖੇ ਗਏ offense 354 ਜਾਂ 376 ਦੇ offense ਨੂੰ ਅਟੈਂਪਟ ਕਰਨ ਦੀ ਅਗਰ ਕੋਈ ਵਿਅਕਤੀ ਕੋਸ਼ਿਸ਼ ਕਰਦਾ ਏ ਤਾਂ ਕੇਸ ਉਸ ਵਿਅਕਤੀ ਦੇ ਖਿਲਾਫ ਅਟੈਂਪਟ ਟੂ ਕਮਿਟ ਐਨੀ ਆਫ ਥੀਸ offenses ਜਾਂ ਐਕਚੁਅਲ ਕਮਿਸ਼ਨ ਦਾ ਅਗਰ ਕੋਈ offense ਪ੍ਰੋਸੀਕਿਊਸ਼ਨ ਦੇ ਵਿੱਚ ਚੱਲ ਰਿਹਾ ਹੈ ਅਗਰ ਉਸ ਕੇਸ ਦੇ ਵਿੱਚ ਇੱਕ ਕੁਐਸਚਨ ਆਵੇ ਕਿ ਸੱਚਮੁੱਚ ਉਸ ਕੇਸ ਦੇ ਵਿੱਚ ਬੀਬੀ ਦੀ ਕੰਸੈਂਟ ਹੈਗੀ ਸੀ ਜਾਂ ਨਹੀਂ ਸੀ ਹੈਗੀ ਵੇਅਰ ਦਾ ਕੁਐਸਚਨ ਆਫ ਕੰਸੈਂਟ ਇਜ਼ ਐਨ ਇਸ਼ੂ ਝਗੜਾ ਕੀ ਹੈਗਾ ਏ ਪ੍ਰੋਸੀਕਿਊਸ਼ਨ ਕਹਿਣ ਡਿਆ ਏ ਕਿ ਜੋ ਵਿਕਟਿਮ ਹੈਗੀ ਆ ਵਿਕਟਿਮ ਦੀ ਕੰਸੈਂਟ ਨਹੀਂ ਸੀ ਹੈਗੀ ਉਹਦੇ ਨਾਲ ਧੱਕੇ ਦੇ ਨਾਲ ਕ੍ਰਾਈਮ ਕੀਤਾ ਗਿਆ ਏ ਜਦਕਿ ਦੋਸ਼ੀ ਕਹਿ ਰਿਹਾ ਏ ਕਿ ਕੋਈ ਧੱਕਾ ਨਹੀਂ ਹੋਇਆ देयर वाज दी ਕੰਸੈਂਟ ਆਫ ਦੀ ਵਿਮਨ ਹੁਣ ਗੱਲ ਇਹ ਆਂਦੀ ਆ ਕੰਸੈਂਟ ਦਾ ਕੁਐਸਚਨ ਹੈਗਾ ਏ ਤੇ ਉਸ ਟਾਈਮ ਦੇ ਉੱਤੇ ਜੋ ਵਿਕਟਿਮ ਦਾ ਕਰੈਕਟਰ ਆ ਪੁਰਾਣਾ ਮੰਨ ਲਓ ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਅਗਰ ਉਹਦਾ ਕਰੈਕਟਰ ਗਲਤ ਹੈਗਾ ਏ ਤੇ ਜਾਂ ਕਿਸੇ ਹੋਰ ਵਿਅਕਤੀ ਦੇ ਨਾਲ ਪਹਿਲਾਂ ਵੀ ਉਹਨੇ ਕੋਈ ਪ੍ਰੀਵੀਅਸ ਸੈਕਸ਼ੂਅਲ ਐਕਸਪੀਰੀਅੰਸ ਕੀਤਾ ਹੋਇਆ ਏ ਇਹ ਦੋ ਗੱਲਾਂ ਰੈਲੀਵੈਂਟ ਨਹੀਂ ਮੰਨੀਆਂ ਜਾਊਗੀਆਂ ਇਹਦੇ ਨਾਲ ਉਸ ਲੇਡੀ ਦੀ ਕੰਸੈਂਟ ਨੂੰ ਸਾਬਤ ਨਹੀਂ ਕੀਤਾ ਜਾ ਸਕਦਾ ਕਿ ਅਗਰ ਉਸ ਵਿਕਟਿਮ ਦਾ ਕਰੈਕਟਰ ਖਰਾਬ ਆ ਅਗਰ ਉਸ ਵਿਕਟਿਮ ਦੇ ਪਹਿਲਾਂ ਵੀ ਕਿਸੇ ਨਾਲ ਪ੍ਰੀਵੀਅਸ ਸੈਕਸ਼ੂਅਲ ਐਕਸਪੀਰੀਅੰਸ ਹੋ ਚੁੱਕੇ ਆ that experience or that character of the victim will not be relevant on the issue of such consent or quality of consent. So this is something about section number 53A. So this provision was inserted in the year 2013. 2013 ਦੇ ਵਿੱਚ ਇਹ ਪ੍ਰੋਵੀਜ਼ਨ ਐਡ ਕੀਤੀ ਗਈ ਸੀ ਜਦੋਂ CRPC IPC ਤੇ ਐਵੀਡੈਂਸ ਐਕਟ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਅਮੈਂਡਮੈਂਟ ਹੋਈ ਸੀ ਦਿੱਲੀ ਦੇ ਰੇਪ ਕੇਸ ਤੋਂ ਬਾਅਦ ਵਿੱਚ ਸੋ ਆਈ ਵਾਂਟ ਟੂ ਰਿਪੀਟ ਸੈਕਸ਼ਨ ਨੰਬਰ 53A evidence of character or previous sexual experience not relevant in certain cases ਉਹ ਕਿਹੜੇ ਕੇਸ ਹੈਗੇ ਆ ਜਿਹਦੇ ਵਿੱਚ ਕਰੈਕਟਰ ਜਾਂ ਪ੍ਰੀਵੀਅਸ ਸੈਕਸ਼ੂਅਲ ਐਕਸਪੀਰੀਅੰਸ ਦਾ ਐਵੀਡੈਂਸ ਇਰੈਲੀਵੈਂਟ ਹੈਗਾ ਏ ਉਹ ਹੈਗਾ ਏ ਸੈਕਸ਼ਨ 354 ਜਾਂ 354 ਦੀਆਂ ਵੱਖਰੀਆਂ ਫਾਰਮਸ ਜਾਂ 376 ਜਾਂ 376 ਦੀਆਂ ਵੱਖਰੀਆਂ ਫਾਰਮਸ ਤੇ ਜਾਂ ਇਹਨਾਂ ਆਫੈਂਸਸ ਨੂੰ ਅਟੈਂਪਟ ਕਰਨ ਦਾ ਕੋਈ ਆਫੈਂਸ ਹੋਵੇ ਤੋ ਇਨ ਅ ਪ੍ਰੋਸੀਕਿਊਸ਼ਨ ਫॉर एन ऑफेंस अंडर सेक्शन 354 A B C D 376 A B C D or E of IPC or for attempt to commit any such offenses where the question of consent is an issue ਜਦੋਂ question of consent issue ਦੇ ਵਿੱਚ ਆ ਗਿਆ then evidence of the character of the victim or of such person's previous sexual experience with any person shall not be relevant on the issue of such consent or the quality of consent. So this is something about section number 53A. ਹੁਣ section number 54 53 ਤੋਂ ਇੱਕ ਉਲਟੀ ਗੱਲ ਕਰਦਾ ਹੈ ਹੁਣ section 53 ਦੇ ਵਿੱਚ ਕੀ ਦੱਸਿਆ ਹੈ ਕਿ ਕ੍ਰਿਮੀਨਲ ਕੇਸਿਸ ਦੇ ਵਿੱਚ ਅੱਛੇ ਕਰੈਕਟਰ ਦੀ ਐਵੀਡੈਂਸ ਦਿੱਤੀ ਜਾ ਸਕਦੀ ਆ ਉਹ ਰੈਲੀਵੈਂਟ ਆ ਪਰ ਇੱਕ ਗੱਲ ਬੜੀ ਇੰਪੋਰਟੈਂਟ ਆ ਪ੍ਰੀਵੀਅਸ ਬੈਡ ਕਰੈਕਟਰ ਦੀ ਨਾਰਮਲੀ ਐਵੀਡੈਂਸ ਤੁਸੀਂ ਕੋਰਟ ਦੇ ਵਿੱਚ ਨਹੀਂ ਦੇ ਸਕਦੇ ਮੈਂ ਨਾਰਮਲੀ ਕਹਿਣ ਡਿਆ ਬਟ देयर आर ਸਮ ਐਕਸੈਪਸ਼ਨਸ ਜਿੱਥੇ ਪ੍ਰੀਵੀਅਸ ਬੈਡ ਕਰੈਕਟਰ ਦੀ ਐਵੀਡੈਂਸ ਦਿੱਤੀ ਜਾ ਸਕਦੀ ਆ ਉਹ ਵੀ ਆਪਾਂ ਸੈਕਸ਼ਨ 54 ਦੇ ਵਿੱਚ ਹੀ ਪੜਾਂਗੇ ਪਰ ਨਾਰਮਲੀ ਇੱਕ ਗੱਲ ਬੜੀ ਇੰਪੋਰਟੈਂਟ ਆ ਕ੍ਰਿਮੀਨਲ ਪ੍ਰੋਸੀਡਿੰਗ ਦੇ ਵਿੱਚ ਕਿ ਦੋਸ਼ੀ ਜਿਹੜਾ ਏ ਐਕਿਊਜ਼ਡ ਪਰਸਨ ਦਾ ਮਾੜਾ ਕਰੈਕਟਰ ਆ ਉਹ ਇਰੈਲੀਵੈਂਟ ਆ ਪਰ ਅਗਰ ਮੰਨ ਲਓ ਦੋਸ਼ੀ ਦਾ ਵਕੀਲ ਇਸ ਗੱਲ ਦੀ ਐਵੀਡੈਂਸ ਦਿੰਦਾ ਏ ਕਿ ਦੋਸ਼ੀ ਤਾਂ ਬਹੁਤ ਚੰਗੇ ਕਰੈਕਟਰ ਦਾ ਹੈਗਾ ਏ ਉਸ ਟਾਈਮ ਦੇ ਉੱਤੇ ਉਹਦੇ ਮਾੜੇ ਕਰੈਕਟਰ ਦੀ ਐਵੀਡੈਂਸ ਦਿੱਤੀ ਜਾ ਸਕਦੀ ਆ ਹੁਣ ਇੱਕ ਗੱਲ ਬੜੀ ਇੰਪੋਰਟੈਂਟ ਆ ਐਕਸਪਲੇਨੇਸ਼ਨ ਨੰਬਰ 1 ਦੇ ਵਿੱਚ ਇੱਕ ਗੱਲ ਕਰਦੇ ਆ ਕਿ ਇਹ ਸੈਕਸ਼ਨ 54 ਉਹਨਾਂ ਕੇਸਿਸ ਦੇ ਉੱਤੇ ਅਪਲਾਈ ਨਹੀਂ ਹੋਏਗਾ ਜਿੱਥੇ ਕਿਸੇ ਵਿਅਕਤੀ ਦਾ ਬੈਡ ਕਰੈਕਟਰ ਆਪਣੇ ਆਪ ਦੇ ਵਿੱਚ ਹੀ ਫੈਕਟ ਇਨ ਇਸ਼ੂ ਆ ਜਦੋਂ ਮੇਨ ਝਗੜਾ ਹੀ ਕਿਸੇ ਵਿਅਕਤੀ ਦਾ ਬੈਡ ਕਰੈਕਟਰ ਸਾਬਤ ਕਰਨਾ ਵਾ ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਅਗਰ ਕੋਈ ਵਿਅਕਤੀ ਚੋਰੀ ਦਾ ਸਮਾਨ ਲੈਂਦਾ
ਫੜਿਆ ਗਿਆ, ਠੀਕ ਹੈ, ਵਿਦ ਅ ਰੀਜ਼ਨ ਟੂ ਬਲੀਵ ਕਿ ਇਹ ਸਮਾਨ ਚੋਰੀ ਦਾ ਏ। ਤੋ ਉਸ ਟਾਈਮ ਦੇ ਉੱਤੇ ਉਹ ਵਿਅਕਤੀ ਕਹਿੰਦਾ ਕਿ ਮੈਂ ਤਾਂ ਇਦਾਂ ਦੇ ਕੰਮ ਕਦੀ ਕੀਤੇ ਹੀ ਨਹੀਂ। ਉਸ ਟਾਈਮ ਦੇ ਉੱਤੇ ਪ੍ਰੋਸੀਕਿਊਸ਼ਨ ਸਾਬਤ ਕਰਨ ਦੀ ਕੋਸ਼ਿਸ਼ ਕਰੂਗੀ ਕਿ ਪਹਿਲਾਂ ਵੀ ਨੰਬਰ ਆਫ ਟਾਈਮਸ ਇਹ ਚੋਰੀ ਦਾ ਸਮਾਨ ਲੈਂਦਾ ਫੜਿਆ ਗਿਆ ਏ। ਉਸ ਟਾਈਮ ਦੇ ਉੱਤੇ ਬੈਡ ਕਰੈਕਟਰ ਦੀ ਐਵੀਡੈਂਸ ਦਿੱਤੀ ਜਾ ਸਕਦੀ ਆ, ਉੱਥੇ ਸੈਕਸ਼ਨ 54 ਐਪਲੀਕੇਬਲ ਨਹੀਂ ਹੋਏਗਾ। ਹੁਣ ਐਕਸਪਲੇਨੇਸ਼ਨ ਨੰਬਰ 2 ਦੇ ਵਿੱਚ ਕੀ ਹੈ? ਹੁਣ ਕਈ ਵਾਰ ਅਸੀਂ ਇੰਡੀਅਨ ਪੀਨਲ ਕੋਡ ਦੇ ਵਿੱਚ ਕਈ ਇਦਾਂ ਦੇ ਸੈਕਸ਼ਨ ਪੜਾਂਗੇ ਜਿਹਦੇ ਵਿੱਚ ਲਿਖਿਆ ਹੈ ਕਿ ਅਗਰ ਇੱਕ ਵਿਅਕਤੀ ਨੇ ਇਹ ਆਫੈਂਸ ਦੂਜੀ ਵਾਰ ਕੀਤਾ ਹੈ ਜਾਂ ਤੀਜੀ ਵਾਰ ਕੀਤਾ ਹੈ ਤੇ ਉਹਦੇ ਉੱਤੇ ਸਜ਼ਾ ਜ਼ਿਆਦਾ ਹੋਏਗੀ। ਇਹਦਾ ਮਤਲਬ ਕੀ ਆ? ਉਸ ਚਾਰਜ ਨੂੰ ਸਾਬਤ ਕਰਨ ਦੇ ਲਈ ਦੋਸ਼ੀ ਦੀ ਪ੍ਰੀਵੀਅਸ ਕਨਵਿਕਸ਼ਨ ਨੂੰ ਸਾਬਤ ਕਰਨਾ ਪਏਗਾ। तो प्रीवियस कन्विक्शन भी अपने आप ਦੇ ਵਿੱਚ ਬੈਡ ਕਰੈਕਟਰ ਦਾ ਹੀ ਐਵੀਡੈਂਸ ਹੈਗਾ ਹੈ। ਸੋ ਸੈਕਸ਼ਨ ਨੰਬਰ 54 ਦੇ ਵਿੱਚ ਕੀ ਲਿਖਿਆ ਹੈ, ਆਓ ਜੀ ਇੱਕ ਵਾਰ ਪੜ੍ਹਦੇ ਹਾਂ। ਸੈਕਸ਼ਨ 54 ਟਾਕਸ ਅਬਾਊਟ previous bad character not relevant except in reply। previous bad character ਦੀ relevancy criminal cases ਦੇ ਵਿੱਚ ਨਹੀਂ ਹੈਗੀ, ਬਟ ਅਗਰ ਕੋਈ ਚੰਗੇ ਕਰੈਕਟਰ ਦੀ ਆਪਣੀ ਐਵੀਡੈਂਸ ਦਿੰਦਾ ਹੈ ਤਾਂ ਫਿਰ ਰਿਪਲਾਈ ਦੇ ਵਿੱਚ ਬੈਡ ਕਰੈਕਟਰ ਦੀ ਐਵੀਡੈਂਸ ਦਿੱਤੀ ਜਾ ਸਕਦੀ ਹੈ। ਆਓ ਜੀ ਸੈਕਸ਼ਨ 54 ਪੜ੍ਹਦੇ ਹਾਂ। ਇਨ ਕ੍ਰਿਮੀਨਲ ਪ੍ਰੋਸੀਡਿੰਗਸ the fact that accused person had a bad character, ਕਿ ਇੱਕ ਫੈਕਟ ਹੈਗਾ ਏ ਕਿ ਦੋਸ਼ੀ ਦਾ ਬੈਡ ਕਰੈਕਟਰ ਹੈਗਾ ਏ, ਇਸ ਫੈਕਟ ਦੀ ਐਵੀਡੈਂਸ ਨਹੀਂ ਦਿੱਤੀ ਜਾ ਸਕਦੀ, ਇਹਦਾ ਫੈਕਟ ਦੀ ਐਵੀਡੈਂਸ ਇਰੈਲੀਵੈਂਟ ਆ। ਇਹ ਫੈਕਟ ਆਪਣੇ ਆਪ ਦੇ ਵਿੱਚ ਇਰੈਲੀਵੈਂਟ ਆ unless evidence has been given that he has a good character, in which case it becomes relevant। explanation number 1 ਦੇ ਵਿੱਚ ਕੀ ਦੱਸਿਆ ਹੈ? this section does not apply to cases in which bad character of any person is itself a fact in issue। explanation number 2 ਕੀ ਕਹਿ ਰਿਹਾ ਹੈ ਕਿ a previous conviction is relevant as evidence of the bad character। ਕਿ ਇੱਕ ਵਿਅਕਤੀ ਦੀ ਜੋ ਪ੍ਰੀਵੀਅਸ ਕਨਵਿਕਸ਼ਨ ਆ ਉਹ ਆਪਣੇ ਆਪ ਦੇ ਵਿੱਚ ਰੈਲੀਵੈਂਟ ਹੈਗਾ ਏ ਇੱਕ ਵਿਅਕਤੀ ਦੇ ਬੈਡ ਕਰੈਕਟਰ ਦੇ ਹੋਣ ਦਾ। ਸੋ ਦਿਸ ਇਜ਼ ਸਮਥਿੰਗ ਅਬਾਊਟ ਸੈਕਸ਼ਨ ਨੰਬਰ 54। ਆਓ ਜੀ ਪਾਰਟ ਨੰਬਰ 1 ਦਾ ਅਖੀਰਲਾ ਸੈਕਸ਼ਨ ਨੰਬਰ 55 ਆਪਾਂ ਪੜ੍ਹਦੇ ਹਾਂ। ਜਦੋਂ ਕਿਸੇ ਸਿਵਲ ਕੇਸ ਦੇ ਵਿੱਚ ਕਿਸੇ ਦੂਸਰੇ ਵਿਅਕਤੀ ਦੇ ਖਿਲਾਫ ਆਪਾਂ ਕੰਪਨਸੇਸ਼ਨ ਦਾ ਕੇਸ ਪਾਉਂਦੇ ਹਾਂ, ਅਗਰ ਕਿਸੇ ਸਿਵਲ ਕੇਸ ਦੇ ਵਿੱਚ ਜੋ ਟੌਰਟ ਦਾ ਵੀ ਹੋ ਸਕਦਾ ਏ ਤੇ ਜਾਂ ਕੋਈ ਹੋਰ ਸਿਵਲ ਕੇਸ ਵੀ ਹੋ ਸਕਦਾ ਏ, ਜਦੋਂ ਇੱਕ ਵਿਅਕਤੀ ਦੂਸਰੇ ਵਿਅਕਤੀ ਦੇ ਖਿਲਾਫ ਡੈਮੇਜਸ ਦੇ ਲਈ ਦਾਅਵਾ ਫਾਈਲ ਕਰਦਾ ਏ ਤੇ ਉਸ ਟਾਈਮ ਦੇ ਉੱਤੇ ਕਰੈਕਟਰ ਆਫ ਬੋਥ ਪਰਸਨ ਬਿਕਮਸ ਰੈਲੀਵੈਂਟ। ਉਸ ਟਾਈਮ ਦੇ ਉੱਤੇ ਡੈਮੇਜਸ ਦੇ ਕੇਸ ਦੇ ਵਿੱਚ ਕਰੈਕਟਰ ਦੀ ਐਵੀਡੈਂਸ ਰੈਲੀਵੈਂਟ ਬਣ ਜਾਂਦੀ ਆ, ਕਿਉਂਕਿ ਕਰੈਕਟਰ ਦੀ ਐਵੀਡੈਂਸ ਦੇਣ ਦੇ ਨਾਲ ਡੈਮੇਜਸ ਦੀ ਅਮਾਉਂਟ ਵਧਾਈ ਜਾਂ ਘਟਾਈ ਜਾ ਸਕਦੀ ਹੈ। तो सेक्शन 55 की कह रहा है करैक्टर एज अफेक्टिंग डैमेजेस इन सिविल केसेस द फैक्ट दैट करैक्टर ऑफ एनी पर्सन इज सच कि करैक्टर एक व्यक्ति का इदा दा वा एज टू अफेक्ट द अमाउंट ऑफ डैमेजेस, जो उस डैमेजेस की अमाउंट नू अफेक्ट करती है, मतलब डैमेजेस की अमाउंट नू वधा जां घटा सकता है ਉਹਦਾ ਕਰੈਕਟਰ ਦਾ ਐਵੀਡੈਂਸ। तो उस टाइम के उत्ते करैक्टर की एविडेंस की बन जाऊगी, रेलीवेंट बन जाऊगी। सो आई वांट टू रिपीट सेक्शन 55। इन सिविल केसेस द फैक्ट दैट द करैक्टर ऑफ एनी पर्सन is such as to affect the amount of damages which he ought to receive is relevant। आओ जी एक्सप्लेनेशन ਦੇ ਵਿੱਚ ਗੱਲ ਕਰੀਏ। in section number 52 ਜੋ ਹੁਣੇ ਹੀ ਆਪਾਂ section number 52 ਪੜਿਆ, 53 ਪੜਿਆ, 54 ਪੜਿਆ ਐਂਡ 55 ਪੜਿਆ। ਹੁਣ ਕਰੈਕਟਰ ਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ, ਇੱਕ ਹੁੰਦੀ ਹੈ ਰੈਪਿਊਟੇਸ਼ਨ। ਵਾਟ ਇਜ਼ ਦੀ ਰੈਪਿਊਟੇਸ਼ਨ? ਇੱਕ ਵਿਅਕਤੀ ਦੀ ਸਮਾਜ ਦੇ ਵਿੱਚ ਕੀ ਛਵੀ ਬਣੀ ਹੋਈ ਹੈ ਰੈਪਿਊਟੇਸ਼ਨ ਦੇ ਵਾਈਜ਼, ਤੇ ਦੂਸਰੇ ਨੰਬਰ ਤੇ ਡਿਸਪੋਜੀਸ਼ਨ। ਡਿਸਪੋਜੀਸ਼ਨ ਦਾ ਮਤਲਬ ਉਹਦਾ ਬਿਹੇਵੀਅਰ ਕਿੱਦਾਂ ਦਾ ਹੁੰਦਾ। ਉਸ ਤੋਂ ਬਾਅਦ ਵਿੱਚ ਰੈਪਿਊਟੇਸ਼ਨ ਤੇ ਡਿਸਪੋਜੀਸ਼ਨ ਦੇ ਵਿੱਚ ਵੀ ਜਨਰਲ ਰੈਪਿਊਟੇਸ਼ਨ ਤੇ ਜਨਰਲ ਡਿਸਪੋਜੀਸ਼ਨ ਦੀ ਗੱਲ ਕੀਤੀ ਗਈ ਆ, ਨਾ ਕਿ ਪਾਰਟਿਕੂਲਰ ਰੈਪਿਊਟੇਸ਼ਨ ਜਾਂ ਪਾਰਟਿਕੂਲਰ ਮੌਕੇ ਦੇ ਉੱਤੇ ਉਹਦੀ ਛਵੀ ਕੀ ਹੈਗੀ ਸੀ। ਹਾਂ, ਸੈਕਸ਼ਨ 54 ਦੇ ਵਿੱਚ ਜਦੋਂ ਪ੍ਰੀਵੀਅਸ ਬੈਡ ਕਰੈਕਟਰ ਦੀ ਐਵੀਡੈਂਸ ਦੇਣੀ ਆ
ਤੇ ਉਹਦੇ ਵਿੱਚ ਇੱਕ ਪਾਰਟਿਕੂਲਰ ਟਾਈਮ ਦੇ ਉੱਤੇ ਵੀ ਅਗਰ ਕਿਸੇ ਵਿਅਕਤੀ ਦੀ ਪ੍ਰੀਵੀਅਸ ਕਨਵਿਕਸ਼ਨ ਹੋਈ ਆ ਤੇ ਉੱਥੇ ਪਾਰਟਿਕੂਲਰ ਰੈਪੂਟੇਸ਼ਨ ਜਾਂ ਪਾਰਟਿਕੂਲਰ ਡਿਸਪੋਜੀਸ਼ਨ ਦੀ ਐਵੀਡੈਂਸ ਦਿੱਤੀ ਜਾ ਸਕਦੀ ਆ। ਸੋ ਕਹਿਣ ਦਾ ਮਤਲਬ ਚਾਹੇ ਸੈਕਸ਼ਨ 52 ਦੀ ਗੱਲ ਕਰੀਏ, 53, 54, 55, ਇਹਦੇ ਵਿੱਚ ਰੈਪੂਟੇਸ਼ਨ ਤੇ ਡਿਸਪੋਜੀਸ਼ਨ ਜਨਰਲ ਰੈਪੂਟੇਸ਼ਨ ਤੇ ਜਨਰਲ ਡਿਸਪੋਜੀਸ਼ਨ कहलाएगी, ना कि पर्टिकुलर रेपुटेशन और पर्टिकुलर डिस्पोजिशन। बट सैक्शन 54 ਦੇ ਵਿੱਚ ਦੋਨਾਂ ਤਰ੍ਹਾਂ ਦੀ ਰੈਪੂਟੇਸ਼ਨ ਤੇ ਡਿਸਪੋਜੀਸ਼ਨ ਆਏਗੀ, ਜਨਰਲ ਐਜ਼ ਵੈਲ ਐਜ਼ ਪਾਰਟਿਕੂਲਰ ਰੈਪੂਟੇਸ਼ਨ ਐਂਡ ਡਿਸਪੋਜੀਸ਼ਨ। आओ जी एक बार एक्सप्लेनेशन में पढ़ देना। In sections 52, 53, 54 and 55, the word character includes both reputation and disposition, but except as provided in section 54, section 54 ਨੂੰ ਛੱਡ ਕੇ evidence may be given only of general reputation and general disposition। evidence ਸਿਰਫ ਤੇ ਸਿਰਫ general reputation ਤੇ general disposition ਦਾ ਦਿੱਤਾ ਜਾ ਸਕਦਾ ਹੈ, ਨਾ ਕਿ particular act ਦਾ by which reputation or disposition were shown at one time। so this is something about character when relevant, ਜਿਹਦੇ ਵਿੱਚ section 52 ਦੇ ਵਿੱਚ ਆਪਾਂ ਪੜਿਆ civil cases ਦੇ ਵਿੱਚ character to prove conduct imputed becomes irrelevant। section 53 ਦੇ ਵਿੱਚ ਅਸੀਂ ਪੜਿਆ in criminal cases previous good character is relevant। section 53 A ਦੇ ਵਿੱਚ ਅਸੀਂ ਪੜਿਆ evidence of character or previous sexual experience not relevant in offenses under section 354 and 376। section 54 ਦੇ ਵਿੱਚ ਅਸੀਂ ਪੜਿਆ normally previous bad character of a person is not relevant, but ਅਗਰ ਕਿਸੇ ਵਿਅਕਤੀ ਦੇ good character ਦੀ evidence ਦਿੱਤੀ ਜਾਵੇ then ਉਸ ਟਾਈਮ ਦੇ ਉੱਤੇ previous bad character ਦੀ evidence relevant ਬਣ ਜਾਂਦੀ ਹੈ। section 55 ਦੇ ਵਿੱਚ ਅਸੀਂ ਪੜਿਆ ਕਿ ਜਦੋਂ ਕਿਸੇ ਵਿਅਕਤੀ ਦਾ ਕਰੈਕਟਰ ਅਮਾਉਂਟ ਆਫ ਡੈਮੇजेस ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਉਸ ਟਾਈਮ ਦੇ ਉੱਤੇ ਕਰੈਕਟਰ ਦੀ ਐਵੀਡੈਂਸ ਰੈਲੇਵੈਂਟ ਬਣ ਜਾਏਗੀ। ਸੋ ਦਿਸ ਇਜ਼ ਸਮਥਿੰਗ ਅਬਾਊਟ ਰੈਲੀਵੈਂਸੀ ਆਫ ਫੈਕਟ। तो ਇਹਦਾ ਮਤਲਬ ਅਜੇ ਤੱਕ ਜੋ ਆਪਾਂ ਪੜਿਆ ਵਾ ਕਿਹੜੇ ਫੈਕਟਸ ਦੀ ਐਵੀਡੈਂਸ ਕੋਰਟ ਦੇ ਵਿੱਚ ਦਿੱਤੀ ਜਾ ਸਕਦੀ ਹੈ, ਸਿਰਫ ਉਹਨਾਂ ਫੈਕਟਸ ਦੀ ਜਿਹੜੇ ਕਿ ਫੈਕਟ ਰੈਲੀਵੈਂਟ ਨੇ। ਜੇ ਕੋਈ ਫੈਕਟ ਰੈਲੀਵੈਂਟ ਨਹੀਂ ਹੈਗਾ ਤੇ ਉਹਦੀ ਐਵੀਡੈਂਸ ਕੋਰਟ ਦੇ ਵਿੱਚ ਟੈਂਡਰ ਨਹੀਂ ਕੀਤੀ ਜਾ ਸਕਦੀ। ਤੇ ਕਿਸ ਤਰੀਕੇ ਨਾਲ ਪਤਾ ਲੱਗੇਗਾ ਕਿ ਇੱਕ ਪਾਰਟਿਕੂਲਰ ਫੈਕਟ ਰੈਲੀਵੈਂਟ ਹੈਗਾ ਏ ਜਾਂ ਨਹੀਂ ਹੈਗਾ, ਉਹਦੇ ਲਈ ਆਪਾਂ ਨੂੰ ਇਹ ਦੇਖਣਾ ਪੈਣਾ ਹੈ ਕਿ ਉਸ ਫੈਕਟ ਨੂੰ ਸੈਕਸ਼ਨ 6 ਤੋਂ ਲੈ ਕੇ 55 ਤੱਕ ਦੇ ਕਿਹੜੇ ਸੈਕਸ਼ਨ ਦੇ ਵਿੱਚ ਅਸੀਂ ਰੈਲੀਵੈਂਟ ਡਿਕਲੇਅਰ ਕਰ ਸਕਦੇ ਹਾਂ। ਅਗਰ ਕੋਈ ਫੈਕਟ ਸੈਕਸ਼ਨ ਨੰਬਰ 6 ਤੋਂ 55 ਦੇ ਵਿੱਚ ਫਾਲ ਕਰਦਾ ਏ ਤੇ ਉਹ ਫੈਕਟ ਰੈਲੀਵੈਂਟ ਆ, ਅਦਰਵਾਈਜ਼ ਦੈਟ ਫੈਕਟ ਰਿਮੇਨਸ ਟੂ ਬੀ ਇਰੈਲੀਵੈਂਟ। ਉਸ ਫੈਕਟ ਦੀ ਕੋਰਟ ਦੇ ਵਿੱਚ ਐਵੀਡੈਂਸ ਟੈਂਡਰ ਨਹੀਂ ਕੀਤੀ ਜਾ ਸਕਦੀ। ਹੁਣ ਅਗਲੀ ਗੱਲ ਆਉਂਦੀ ਆ, ਹੁਣ ਕੋਰਟ ਦੇ ਵਿੱਚ ਆਪਾਂ ਜਾਣੇ ਕਿਉਂ ਆ? ਕਿਸੇ ਫੈਕਟ ਨੂੰ ਸਾਬਤ ਕਰਨ ਦੇ ਲਈ ਜਾਂਦੇ ਆ, ਕਿਸੇ ਫੈਕਟ ਨੂੰ ਅਸੀਂ ਸਾਬਤ ਕਰਨ ਦੇ ਲਈ ਜਾਂਦੇ ਆ ਤੇ ਪਾਰਟ ਨੰਬਰ 2 ਜੋ ਕਿ ਚੈਪਟਰ ਨੰਬਰ 3 ਤੋਂ ਸ਼ੁਰੂ ਹੋਏਗੀ ਉਹਦੇ ਵਿੱਚ ਪ੍ਰੂਫ ਦੀ ਗੱਲ ਕਰਾਂਗੇ। ਉਹਦੇ ਵਿੱਚ ਅਸੀਂ ਪ੍ਰੂਫ ਦੀ ਗੱਲ ਕਰਾਂਗੇ। ਤੋਂ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਪ੍ਰੂਫ ਦੇ ਵਿੱਚ ਆਪਾਂ ਗੱਲ ਕਰਾਂਗੇ ਚੈਪਟਰ ਨੰਬਰ 3 ਦੇ ਵਿੱਚ ਅਜਿਹੇ ਕਿਹੜੇ ਫੈਕਟ ਹੁੰਦੇ ਨੇ ਜਿਨ੍ਹਾਂ ਨੂੰ ਸਾਬਤ ਕਰਨ ਦੀ ਲੋੜ ਨਹੀਂ ਹੈਗੀ, ਜਿਨ੍ਹਾਂ ਦੀ ਐਵੀਡੈਂਸ ਦੇਣ ਦੀ ਲੋੜ ਨਾ ਪਲੇਂਟਿਫ ਨੂੰ ਆ ਤੇ ਨਾ ਡਿਫੈਂਡਡ ਨੂੰ ਆ, ਨਾ ਕ੍ਰਿਮੀਨਲ ਕੇਸ ਵਿੱਚ ਪ੍ਰੋਸੀਕਿਊਸ਼ਨ ਨੂੰ ਆ ਤੇ ਨਾ ਹੀ ਐਕਿਊਜ਼ਡ ਨੂੰ ਆ। ਸੈਕਸ਼ਨ 56 ਦੇ ਵਿੱਚ ਇਹ ਗੱਲ ਕੀਤੀ ਗਈ ਆ, ਉਹ ਫੈਕਟ ਜਿਹੜੇ ਕਿ ਜੱਜ ਨੇ ਆਪ ਨੋਟਿਸ ਕਰਨੇ ਆ, ਉਹ ਫੈਕਟ ਜਿਹੜੇ ਕਿ ਜੱਜ ਨੇ ਆਪ ਨੋਟਿਸ ਕਰਨੇ ਆ, ਉਹਨਾਂ ਨੂੰ ਪਾਰਟੀਆਂ ਦੇ ਦੁਆਰਾ ਸਾਬਤ ਕਰਨ ਦੀ ਲੋੜ ਨਹੀਂ ਹੈਗੀ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਪਾਰਟੀਆਂ ਨੂੰ ਸਾਬਤ ਕਰ ਨਹੀਂ ਦਿੱਤਾ ਜਾ ਸਕਦਾ, ਪਾਰਟੀਆਂ ਸਾਬਤ ਕਰ ਸਕਦੀਆਂ ਨੇ ਬਟ ਪਾਰਟੀਆਂ ਨੂੰ ਸਾਬਤ ਕਰਨ ਦੀ ਲੋੜ ਨਹੀਂ ਹੈਗੀ। ਹੁਣ ਮੈਂ ਇੱਥੇ ਇੱਕ ਸਾਡੇ ਇੱਕ ਵਕੀਲ ਸਾਹਿਬ ਸੀ ਚੌਧਰੀ ਪਿਸ਼ੌਰਾ ਸਿੰਘ ਕੋ, ਮੈਂ ਦੇਖਿਆ ਨਹੀਂ, ਸਿਰਫ ਉਹਨਾਂ ਦੇ ਬਾਰੇ ਗੱਲਾਂ ਸੁਣੀਆਂ ਨੇ। ਤੋਂ ਕਹਿਣ ਦਾ ਮਤਲਬ ਜਦੋਂ ਕੋਈ ਕਿਸੇ ਵੇਲੇ ਕੋਈ ਜੱਜ ਕੋਈ ਅਥਾਰਟੀ ਵੀ ਮੰਗ ਲੈਂਦੇ ਸੀ ਕਿਸੇ ਪਾਰਟਿਕੂਲਰ ਪੁਆਇੰਟ ਦੇ ਉੱਤੇ ਤੇ ਉਸ ਟਾਈਮ ਦੇ ਉੱਤੇ ਉਹਨਾਂ ਦਾ ਇੱਕ ਰਿਪਲਾਈ ਹੁੰਦਾ ਸੀ ਕਿ ਸਰ ਦਿਸ ਇਜ਼ ਯੋਰ ਡਿਊਟੀ, ਇਹ ਤੁਹਾਡੀ ਡਿਊਟੀ ਹੈਗੀ ਆ, ਕਿਉਂਕਿ ਤੁਹਾਡੀ ਡਿਊਟੀ ਹੈ ਜੁਡੀਸ਼ੀਅਲ ਨੋਟਿਸ਼ੀਏਬਲ ਹੈਗੀ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਪੁਆਇੰਟ ਦੇ ਉੱਤੇ ਜੱਜਮੈਂਟ ਕੀ ਹੈਗੀ ਆ। ਮੈਂ ਤਾਂ ਤੁਹਾਡੇ ਅੱਗੇ ਬਹਿਸ ਕਰਨੀ ਆ, ਜੋ ਕਰ ਦਿੱਤੀ ਆ, ਹੁਣ ਤੁਸੀਂ ਲੱਭੋ
ਤੇ ਤੁਹਾਡਾ ਕੰਮ ਜਾਣੇ। ਸੋ ਉਹ ਕਿਸ ਪੁਆਇੰਟ ਆਫ View ਦੇ ਨਾਲ ਗੱਲ ਕਰਦੇ ਹੀ ਚੈਪਟਰ ਨੰਬਰ 3 ਦੇ ਵਿੱਚ ਸੈਕਸ਼ਨ ਨੰਬਰ 56 ਦੇ ਵਿੱਚ ਇਹ ਪ੍ਰੋਵੀਜ਼ਨ ਲਿਖੀ ਆ ਕਿ ਉਹ ਫੈਕਟ ਜਿਹੜੇ ਕਿ ਜੱਜ ਦੀ ਡਿਊਟੀ ਹੈਗੀ ਆ, ਜੱਜ ਨੇ ਨੋਟਿਸ ਕਰਨੇ ਆ, ਉਸ ਨੂੰ ਪਾਰਟੀਆਂ ਦੇ ਦੁਆਰਾ ਸਾਬਤ ਕਰਨ ਦੀ ਲੋੜ ਨਹੀਂ ਹੈਗੀ। ਫੈਕਟ ਜੁਡੀਸ਼ੀਅਲੀ ਨੋਟਿਸਿਏਬਲ ਨੀਡ ਨਾਟ ਬੀ ਪ੍ਰੂਵਡ। ਕੀ ਲਿਖਿਆ 56 ਦੇ ਵਿੱਚ? ਨੋ ਫੈਕਟ ਆਫ ਵਿਚ ਦਾ ਕੋਰਟ ਵਿਲ ਟੇਕ ਜੁਡੀਸ਼ੀਅਲ ਨੋਟਿਸ। ਉਹ ਫੈਕਟ ਜਿਹਦੇ ਵਿੱਚ ਕੋਰਟ ਜੁਡੀਸ਼ੀਅਲ ਨੋਟਿਸ ਆਪ ਲਏਗੀ, ਉਹਨੂੰ ਸਾਬਤ ਕਰਨ ਦੀ ਲੋੜ ਨਹੀਂ ਹੈਗੀ। ਨੋ ਫੈਕਟ ਆਫ ਵਿਚ ਦਾ ਕੋਰਟ ਵਿਲ ਟੇਕ ਜੁਡੀਸ਼ੀਅਲ ਨੋਟਿਸ ਨੀਡ ਬੀ ਪ੍ਰੂਵਡ। ਹਾਂ, ਕਈ ਵਾਰ ਅਸੀਂ ਅਥਾਰਟੀਜ਼ ਦਿੰਦੇ ਆ, ਉਹ ਸਿਰਫ ਆਪਾਂ ਆਪਣਾ ਕੰਮ ਸੌਖਾ ਕਰਨ ਲਈ ਦਿੰਦੇ ਆ ਕਿ ਕੱਲ ਕੋਈ ਜੱਜ ਪੁੱਠਾ ਸਿੱਧਾ ਫੈਸਲਾ ਨਾ ਦੇ ਦੇਵੇ। ਅਦਰਵਾਈਜ਼ ਉਹ ਫੈਕਟ ਜਿਨ੍ਹਾਂ ਦੇ ਲਈ ਕੋਰਟ ਦੀ ਡਿਊਟੀ ਜੁਡੀਸ਼ੀਅਲ ਨੋਟਿਸ ਲੈਣ ਦੀ ਆ, ਉਹਨਾਂ ਨੂੰ ਸਾਬਤ ਕਰਨ ਦੀ ਲੋੜ ਨਹੀਂ ਹੈਗੀ। ਹੁਣ ਕੁਐਸਚਨ ਅਰਾਈਜ਼ ਹੁੰਦਾ ਏ ਕਿ ਕਿਹੜੇ ਇਸ ਤਰ੍ਹਾਂ ਦੇ ਫੈਕਟ ਆ ਜਿਨ੍ਹਾਂ ਦੇ ਉੱਤੇ ਕੋਰਟ ਜੁਡੀਸ਼ੀਅਲ ਨੋਟਿਸ ਲਏਗੀ। ਸੈਕਸ਼ਨ 57 ਦੇ ਵਿੱਚ ਇਸ ਤਰ੍ਹਾਂ ਦੇ ਫੈਕਟਸ ਦੀ ਗੱਲ ਕੀਤੀ ਹੋਈ ਆ। ਟੋਟਲ 13 ਤਰ੍ਹਾਂ ਦੇ ਫੈਕਟ ਹੈਗੇ ਨੇ ਜਿਨ੍ਹਾਂ ਦੇ ਉੱਤੇ ਕੋਰਟ ਦੀ ਡਿਊਟੀ ਆ ਕਿ ਉਹ ਜੁਡੀਸ਼ੀਅਲ ਨੋਟਿਸ ਲਵੇ। ਆਓ ਜੀ ਇਹਨਾਂ 13 ਫੈਕਟਸ ਦੇ ਬਾਰੇ ਵਨ ਬਾਈ ਵਨ ਅਸੀਂ ਡਿਸਕਸ਼ਨ ਕਰਦੇ ਹਾਂ। ਸੈਕਸ਼ਨ 57 ਦੇ ਵਿੱਚ ਅਸੀਂ ਸ਼ੁਰੂ ਕਰਦੇ ਹਾਂ ਉਹਨਾਂ ਫੈਕਟਸ ਦੀ ਡਿਸਕਸ਼ਨ। ਫੈਕਟਸ ਆਫ ਵਿਚ ਕੋਰਟ ਮਸਟ ਟੇਕ ਜੁਡੀਸ਼ੀਅਲ ਨੋਟਿਸ। ਉਹ ਕਿਹੜੇ ਫੈਕਟ ਨੇ ਜਿਨ੍ਹਾਂ ਦੇ ਉੱਤੇ ਕੋਰਟ ਨੇ ਜੁਡੀਸ਼ੀਅਲ ਨੋਟਿਸ ਲੈਣਾ ਹੈ। ਸੌਰੀ, ਇਹ ਕਿੱਥੇ ਆਪਾਂ ਅਗਲੇ ਪੇਜ ਤੇ ਆ ਗਏ। ਸੈਕਸ਼ਨ 57 ਫੈਕਟਸ ਆਫ ਵਿਚ ਕੋਰਟ ਮਸਟ ਟੇਕ ਜੁਡੀਸ਼ੀਅਲ ਨੋਟਿਸ। The court shall take judicial notice of the following fact। ਸਭ ਤੋਂ ਪਹਿਲੇ ਨੰਬਰ ਦੇ ਉੱਤੇ ਜੋ ਜਿੰਨੇ ਵੀ ਇੰਡੀਆ ਦੇ ਵਿੱਚ ਲਾਅ ਨੇ, all laws in force in the territory of India, ਜਿੰਨੇ ਵੀ ਕਾਨੂੰਨ ਇੰਡੀਆ ਦੇ ਵਿੱਚ ਲਾਗੂ ਨੇ, ਉਹਨਾਂ ਦਾ ਜੁਡੀਸ਼ੀਅਲ ਨੋਟਿਸ ਲੈਣਾ ਕਿਹਦੀ ਜ਼ਿੰਮੇਵਾਰੀ ਆ? ਕੋਰਟ ਦੀ ਆ। ਕਿਸੇ ਪਾਰਟੀ ਨੂੰ ਇਹਦੀ ਐਵੀਡੈਂਸ ਦੇਣ ਦੀ ਲੋੜ ਨਹੀਂ ਹੈਗੀ। ਕਿਤਾਬ ਦੇ ਦਿਓ, ਆਪਣੇ ਆਪ ਪੜ੍ਹ ਲੂਗੇ। ਸੈਕਸ਼ਨ ਨੰਬਰ ਉਸ ਤੋਂ ਬਾਅਦ ਕਲੌਜ਼ ਨੰਬਰ 2 ਦੇ ਵਿੱਚ all public acts passed or hereafter to be passed by parliament of the United Kingdom। ਦੇਖੋ, ਜਦੋਂ ਬੇਸਿਕਲੀ ਅਜੇ ਵੀ ਇਹ ਜੋ ਇੰਡੀਅਨ ਐਵੀਡੈਂਸ ਸੀ 1872 ਦੇ ਵਿੱਚ ਬਣਾਇਆ ਗਿਆ ਸੀ। 1872 ਦੇ ਟਾਈਮ ਦੇ ਉੱਤੇ ਇੰਡੀਆ ਦੇ ਉੱਤੇ ਸਾਰਿਆਂ ਨੂੰ ਪਤਾ ਹੈ ਕਿ ਅੰਗਰੇਜ਼ਾਂ ਦਾ ਸ਼ਾਸਨ ਕਾਲ ਹੈਗਾ ਸੀ। तो उस टाइम के उत्ते पार्लीमेंट जो कि एक मिनट सर, ऑल उस टाइम के उत्ते यूके ਦੇ ਵਿੱਚ ਜਿੰਨੇ ਵੀ ਪਾਰਲੀਮੈਂਟ ਦੇ ਦੁਆਰਾ ਨਵੇਂ ਕਾਨੂੰਨ ਬਣਾਏ ਜਾਂਦੇ ਸੀ ਤੇ ਯੂਕੇ ਦੇ ਵਿੱਚ ਜਿੰਨੇ ਵੀ ਲੋਕਲ ਦੇ ਪਰਸਨਲ ਐਕਟ ਚੱਲਦੇ ਸੀ, ਉਹਨਾਂ ਦੇ ਬਾਰੇ ਇੰਡੀਅਨ ਕੋਰਟਸ ਨੂੰ ਜੁਡੀਸ਼ੀਅਲ ਨੋਟਿਸ ਲੈਣਾ ਪੈਂਦਾ ਸੀ। ਤੇ ਇਹ ਪ੍ਰੋਵੀਜ਼ਨ ਅਜੇ ਵੀ ਬਰਕਰਾਰ ਹੈਗੀ ਆ। ਅਜੇ ਵੀ ਇੰਡੀਅਨ ਕੋਰਟਸ ਦੇ ਦੁਆਰਾ ਯੂਕੇ ਦੇ ਪਾਰਲੀਮੈਂਟ ਦੇ ਦੁਆਰਾ ਬਣਾਏ ਗਏ ਕਾਨੂੰਨ ਤੇ ਉਹਨਾਂ ਦੇ ਲੋਕਲ ਦੇ ਪਰਸਨਲ ਐਕਟ ਦੀ ਜਾਣਕਾਰੀ ਇੰਡੀਅਨ ਜੱਜਿਸ ਨੂੰ ਹੋਣੀ ਚਾਹੀਦੀ ਆ। ਆਲ ਪਬਲਿਕ ਐਕਟਸ ਪਾਸਡ ਔਰ ਹੇਅਰ ਆਫਟਰ ਟੂ ਬੀ ਪਾਸਡ, ਜਾਂ ਉਹ ਸਾਰੇ ਪਬਲਿਕ ਐਕਟ ਜਿਹੜੇ ਕਿ ਪਾਸ ਕਰ ਦਿੱਤੇ ਨੇ ਤਾਂ ਜੋ ਇਨ ਫਿਊਚਰ ਪਾਸ ਕੀਤੇ ਜਾਊਗੇ ਬਾਈ ਦੀ ਪਾਰਲੀਮੈਂਟ ਆਫ ਦੀ ਯੂਨਾਈਟਿਡ ਕਿੰਗਡਮ ਐਂਡ ਆਲ ਲੋਕਲ ਐਂਡ ਪਰਸਨਲ ਐਕਟ ਡਾਇਰੈਕਟਿਡ ਬਾਈ ਦੀ ਪਾਰਲੀਮੈਂਟ ਆਫ ਦੀ ਯੂਨਾਈਟਿਡ ਕਿੰਗਡਮ ਟੂ ਬੀ ਜੁਡੀਸ਼ੀਅਲੀ ਨੋਟਿਸਡ। ਨੰਬਰ 3 ਦੇ ਵਿੱਚ ਜੋ ਇੰਡੀਅਨ ਆਰਮੀ, ਇੰਡੀਅਨ ਨੇਵੀ ਜਾਂ ਇੰਡੀਅਨ 에ਅਰ ਫੋਰਸ ਦੇ ਜੋ ਆਰਟੀਕਲਸ ਆਫ ਵਾਰ ਹੁੰਦੇ ਨੇ, ਜਿਹਦੇ ਵਿੱਚ ਰੂਲਸ ਰਿਲੇਟਿੰਗ ਟੂ ਵਾਰ ਵਿਦ ਦੀ ਵੇਰੀਅਸ ਕੰਟਰੀ ਦੇ ਆਰਟੀਕਲਸ ਜਿੱਥੇ ਲਿਖੇ ਗਏ ਨੇ, ਉਹਦੇ ਉੱਤੇ ਵੀ ਕੋਰਟ ਨੂੰ ਜੁਡੀਸ਼ੀਅਲ ਨੋਟਿਸ ਲੈਣਾ ਪਏਗਾ। ਆਰਟੀਕਲਸ ਆਫ ਵਾਰ ਫॉर ਦੀ ਇੰਡੀਅਨ ਆਰਮੀ, ਨੇਵੀ ਔਰ 에ਅਰ ਫੋਰਸ ਦੇ ਉੱਤੇ ਵੀ ਕੋਰਟ ਨੂੰ ਜੁਡੀਸ਼ੀਅਲ ਨੋਟਿਸ ਲੈਣਾ ਪਊਗਾ। ਨੰਬਰ 4 ਦੇ ਵਿੱਚ ਯੂਨਾਈਟਿਡ ਕਿੰਗਡਮ ਦੀਆਂ ਜੋ ਪਾਰਲੀਮੈਂਟ ਦੀਆਂ ਪ੍ਰੋਸੀਡਿੰਗਸ ਕਿਸ ਤਰੀਕੇ ਨਾਲ ਹੋਊਗੀਆਂ। ਇਸ ਤੋਂ ਇਲਾਵਾ ਇੰਡੀਆ ਦੀ ਜੋ ਕੰਸਟੀਟਿਊਟ ਅਸੈਂਬਲੀ ਹੈਗੀ ਆ, ਇਹਦੀਆਂ ਪ੍ਰੋਸੀਡਿੰਗਸ ਕਿਸ ਤਰੀਕੇ ਦੀਆਂ ਹੋਊਗੀਆਂ। ਪਾਰਲੀਮੈਂਟ ਦੀਆਂ ਕੋਰਸ ਆਫ ਪ੍ਰੋਸੀਡਿੰਗ ਕਿਸ ਤਰੀਕੇ ਦੀਆਂ ਹੋਊਗੀਆਂ। ਇਸ ਤੋਂ ਇਲਾਵਾ ਸਟੇਟ ਦੇ ਲਈ ਜਾਂ ਪ੍ਰੋਵਿੰਸ ਦੇ ਲਈ ਜਿਹੜੇ ਲੈਜਿਸਲੇਚਰ ਬਣਾਏ ਆ, ਇਹਨਾਂ ਦੀਆਂ ਕੋਰਸ ਆਫ ਪ੍ਰੋਸੀਡਿੰਗਸ ਕੀ ਹੋਣਗੀਆਂ।
ਇਹਨਾਂ ਦੇ ਬਾਰੇ ਵੀ ਕੋਰਟ ਨੂੰ ਪਤਾ ਹੋਣਾ ਚਾਹੀਦਾ। ਦੇ ਮਸਟ ਟੇਕ ਦੀ ਜੁਡੀਸ਼ੀਅਲ ਨੋਟਿਸ in relation to the course of proceedings of parliament either of the UK, of the constituent assembly of India, or of parliament or of the legislature which is established under any laws for the time being in force in the province or in the states। ਉਸ ਤੋਂ ਬਾਅਦ ਨੰਬਰ 5 ਦੇ ਵਿੱਚ ਯੂਨਾਈਟਿਡ ਕਿੰਗਡਮ ਆਫ ਦੀ ਗ੍ਰੇਟ ਬ੍ਰਿਟੇਨ ਤੇ ਆਇਰਲੈਂਡ ਦੇ ਵਿੱਚ ਅਗਰ ਕੋਈ ਨਵਾਂ ਸੋਵਰਨ ਆਏਗਾ ਜਿਨ੍ਹਾਂ ਦਾ ਰਾਜ ਤਿਲਕ ਹੋਏਗਾ ਉਹਨਾਂ ਦੇ ਬਾਰੇ ਵੀ ਜੱਜਿਸ ਨੂੰ ਪਤਾ ਹੋਣਾ ਚਾਹੀਦਾ ਹੈ। The accession and sign manual of the sovereign for the time being of the United Kingdom of Great Britain and Ireland। ਇਸ ਤੋਂ ਇਲਾਵਾ ਜੋ ਇੰਗਲਿਸ਼ ਕੋਰਟਸ ਦੀਆਂ ਜੋ ਮੇਨ ਸੀਲਸ ਹੁੰਦੀਆਂ ਨੇ, ਮੋਹਰਾਂ ਹੁੰਦੀਆਂ ਨੇ, ਇੰਡੀਅਨ ਕੋਰਟਸ ਦੀਆਂ ਜੋ ਮੋਹਰਾਂ ਹੁੰਦੀਆਂ ਨੇ, ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦੇ ਅਥਾਰਟੀ ਦੇ ਵਿੱਚ ਜਿਹੜੀਆਂ ਮੋਹਰਾਂ ਹੁੰਦੀਆਂ ਨੇ, ਕੋਰਟਸ ਆਫ ਐਡਮਿਰੈਲਿਟੀ ਦੀਆਂ ਜਿਹੜੀਆਂ ਮੋਹਰਾਂ ਹੁੰਦੀਆਂ ਨੇ, ਨੋਟਰੀ ਪਬਲਿਕ ਦੀਆਂ ਜਿਹੜੀਆਂ ਮੋਹਰਾਂ ਹੁੰਦੀਆਂ ਨੇ, ਤੇ ਜਾਂ ਉਹ ਸਾਰੇ ਵਿਅਕਤੀ ਜੋ ਕਿ ਕਨਸਟੀਟਿਊਸ਼ਨ ਜਾਂ ਕਿਸੇ ਐਕਟ ਦੇ ਵਿੱਚ ਆਥੋਰਾਈਜ਼ ਆ ਆਪਣੀ ਕੋਈ ਮੋਹਰ ਵਰਤਣ ਦੇ ਲਈ, ਉਹਨਾਂ ਦੇ ਬਾਰੇ ਵੀ ਕੋਰਟ ਨੂੰ ਜੁਡੀਸ਼ੀਅਲ ਨੋਟਿਸ ਰੱਖਣਾ ਪਏਗਾ। ਆਲ ਸੀਲਸ ਆਫ ਵਿਚ ਇੰਗਲਿਸ਼ ਕੋਰਟ ਟੇਕ ਜੁਡੀਸ਼ੀਅਲ ਨੋਟਿਸ, ਉਹ ਸਾਰੀਆਂ ਸੀਲਾਂ ਜਿਹਦੇ ਉੱਤੇ ਇੰਗਲਿਸ਼ ਕੋਰਟ ਜੁਡੀਸ਼ੀਅਲ ਨੋਟਿਸ ਲਏਗੀ, ਇੰਡੀਅਨ ਕੋਰਟ ਨੂੰ ਵੀ ਲੈਣਾ ਪੈਣਾ। ਦ ਸੀਲਸ ਆਫ ਆਲ ਦਾ ਕੋਰਟਸ ਇਨ ਇੰਡੀਆ, ਇਸ ਤੋਂ ਇਲਾਵਾ ਇੰਡੀਅਨ ਕੋਰਟ ਨੂੰ ਇੰਡੀਅਨ ਕੋਰਟਸ ਦੇ ਵਿੱਚ ਜਿਹੜੀਆਂ ਸੀਲਸ ਵਰਤੀਆਂ ਜਾਂਦੀਆਂ ਉਹਦੇ ਬਾਰੇ ਜੁਡੀਸ਼ੀਅਲ ਨੋਟਿਸ ਲੈਣਾ ਪੈਣਾ। ਐਂਡ ਆਫ ਕੋਰਟਸ ਜੋ ਕਿ ਇੰਡੀਆ ਤੋਂ ਬਾਹਰ ਇਸਟੈਬਲਿਸ਼ ਹੋਈਆਂ ਪਰ ਸੈਂਟਰਲ ਗਵਰਨਮੈਂਟ ਜਾਂ ਕਰਾਊਨ ਰਿਪਰੈਜ਼ੈਂਟੇਟਿਵ ਦੀ ਅਥਾਰਟੀ ਦੇ ਨਾਲ ਜੋ ਕੋਰਟਸ ਇਸਟੈਬਲਿਸ਼ ਹੋਈਆਂ ਨੇ ਉਹਨਾਂ ਦੇ ਦੀਆਂ ਸੀਲਸ ਦੇ ਬਾਰੇ ਵੀ ਇੰਡੀਅਨ ਕੋਰਟ ਨੂੰ ਪਤਾ ਹੋਣਾ ਚਾਹੀਦਾ। ਇਸ ਤੋਂ ਇਲਾਵਾ ਕੋਰਟਸ ਆਫ ਐਡਮਿਰੈਲਿਟੀ ਐਂਡ ਮੈਰੀਟਾਈਮ ਜੂਰਿਸਡਿਕਸ਼ਨ, ਉਹ ਕੋਰਟਸ ਜੋ ਕਿ ਸੀ ਵਾਰ ਦੇ ਨਾਲ ਸੀ ਦੇ ਰਿਲੇਟਿਡ ਸੀ ਦੇ ਡਿਸਪਿਊਟ ਦੇ ਰਿਗਾਰਡਿੰਗਲੀ ਬਣੀਆਂ ਨੇ, ਤਾਂ ਇਹਨਾਂ ਦੀ ਸੀਲ ਦੇ ਬਾਰੇ ਵੀ ਇੰਡੀਅਨ ਕੋਰਟਸ ਨੂੰ ਪਤਾ ਹੋਣਾ ਚਾਹੀਦਾ। ਇਸ ਤੋਂ ਇਲਾਵਾ ਜੋ ਨੋਟਰੀ ਪਬਲਿਕ ਨੇ ਇਹਨਾਂ ਦੀ ਸੀਲਸ ਦੇ ਬਾਰੇ ਪਤਾ ਹੋਣਾ ਚਾਹੀਦਾ। ਇਸ ਤੋਂ ਇਲਾਵਾ ਉਹ ਸਾਰੀਆਂ ਸੀਲਸ ਵਿਚ ਐਨੀ ਪਰਸਨ ਇਜ਼ ਆਥੋਰਾਈਜ਼ਡ ਟੂ ਯੂਜ਼ ਬਾਈ ਦੀ ਕਨਸਟੀਟਿਊਸ਼ਨ or by an act of parliament of the United Kingdom or an act or regulation having the force of law in India। For example ਦੇ ਤੌਰ ਦੇ ਉੱਤੇ CA, CS and ICWAI, cost accountant, chartered accountant ਤੇ company secretary, ਇਹਨਾਂ ਦੀਆਂ ਆਪਣੀਆਂ ਮੋਹਰਾਂ ਹੁੰਦੀਆਂ। ਇਸ ਤੋਂ ਇਲਾਵਾ ਓਥ ਕਮਿਸ਼ਨਰ ਦੀ ਆਪਣੀ ਮੋਹਰ ਹੁੰਦੀ। ਤਾਂ ਇਹਨਾਂ ਦੇ ਬਾਰੇ ਵੀ ਇੰਡੀਅਨ ਕੋਰਟ ਨੂੰ ਪਤਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਕਲੌਜ਼ ਨੰਬਰ 7 ਦੇ ਵਿੱਚ ਇਹਨਾਂ ਨੇ ਕੀ ਦੱਸਿਆ ਹੈ, ਦੀ ਅਸੈਸ਼ਨ ਟੂ ਆਫਿਸ, ਨਵੇਂ ਆਫਿਸ ਦੇ ਵਿੱਚ ਜਿਹੜਾ ਕੋਈ ਬੰਦਾ ਆਇਆ ਉਹਨਾਂ ਦਾ ਨਾਮ, ਉਹਨਾਂ ਦਾ ਟਾਈਟਲ, ਫੰਕਸ਼ਨ ਐਂਡ ਸਿਗਨੇਚਰ ਆਫ ਦੀ ਪਰਸਨ ਫਿਲਿੰਗ ਫॉर द टाइम being any public office in any state if the effect of their appointment to such office is notified in any official gazette। ਹੁਣ ਜਦੋਂ ਕਿਸੇ ਸਰਕਾਰੀ ਮੁਲਾਜ਼ਮ ਦੀ ਆਫੀਸ਼ੀਅਲ ਗਜ਼ਟ ਦੇ ਵਿੱਚ ਅਪਾਇੰਟਮੈਂਟ ਦੇ ਬਾਰੇ ਗੱਲ ਲਿਖ ਦਿੱਤੀ ਜਾਂਦੀ ਆ, ਉਹਦੇ ਬਾਰੇ ਕੋਰਟ ਨੂੰ ਜੁਡੀਸ਼ੀਅਲ ਨੋਟਿਸ ਲੈਣਾ ਚਾਹੀਦਾ ਹੈ, ਨਾ ਕਿ ਕਿਸੇ ਪਾਰਟੀ ਦੀ ਉਹ ਬਰਡਨ ਆ ਕੋਰਟ ਦੇ ਵਿੱਚ ਉਹਦੀ ਐਵੀਡੈਂਸ ਟੈਂਡਰ ਕਰਨ। ਇਸ ਤੋਂ ਇਲਾਵਾ ਜੋ ਹਰ ਸਟੇਟ ਹੈਗੀ ਆ, ਹਰ ਕੰਟਰੀ ਹੈਗੀ ਆ, ਜਾਂ ਹਰ ਰਾਜੇ ਦੇ ਦੁਆਰਾ ਜੋ ਫਲੈਗ ਉਹਨਾਂ ਦਾ ਵਰਤਿਆ ਜਾਂਦਾ ਹੈ, ਸਟੇਟ ਦੀ ਐਗਜ਼ਿਸਟੈਂਸ ਦੇ ਬਾਰੇ, ਸਟੇਟ ਦੇ ਟਾਈਟਲ ਦੇ ਬਾਰੇ ਤੇ ਉਹਨਾਂ ਦੇ ਨੈਸ਼ਨਲ ਫਲੈਗ ਦੇ ਬਾਰੇ ਜਿਸ ਨੂੰ ਇੰਡੀਅਨ ਗਵਰਨਮੈਂਟ ਦੇ ਦੁਆਰਾ ਆਥੋਰਾਈਜ਼ ਕੀਤਾ ਹੈ, ਉਹਨਾਂ ਦੀ ਐਗਜ਼ਿਸਟੈਂਸ ਦੇ ਬਾਰੇ ਇੰਡੀਅਨ ਕੋਰਟਸ ਨੂੰ ਪਤਾ ਹੋਣਾ ਚਾਹੀਦਾ ਹੈ। The existence, title and national flag of every state or sovereign which is recognized by the government of India। ਇਸ ਤੋਂ ਇਲਾਵਾ ਪੂਰੀ ਦੁਨੀਆ ਦੇ ਵਿੱਚ ਟਾਈਮ ਦੀ ਡਿਵੀਜ਼ਨ ਕਿਸ ਤਰੀਕੇ ਨਾਲ ਹੋਈ ਆ, ਕੈਨੇਡਾ ਦੇ ਵਿੱਚ ਕਿੰਨਾ ਟਾਈਮ ਇਸ ਟਾਈਮ ਚੱਲਦਾ ਪਿਆ, ਸਾਊਥ ਅਫਰੀਕਾ ਦੇ ਵਿੱਚ ਕਿੰਨਾ ਚੱਲਦਾ ਪਿਆ, ਜਿਓਗ੍ਰਾਫੀਕਲ ਡਿਵੀਜ਼ਨ ਆਫ ਦੀ ਵਰਲਡ ਮਤਲਬ ਪੂਰੇ ਵਰਲਡ ਦੇ ਮੈਪ ਦੇ ਬਾਰੇ। ਇਸ ਤੋਂ ਇਲਾਵਾ ਜੋ ਪਬਲਿਕ ਫੈਸਟੀਵਲ, ਪਬਲਿਕ ਫਾਸਟ ਜਾਂ ਹੌਲੀਡੇਜ਼ ਜੋ ਕਿ ਆਫੀਸ਼ੀਅਲ ਗਜ਼ਟ ਦੇ ਵਿੱਚ ਨੋਟੀਫਾਈ ਕੀਤੇ ਗਏ ਨੇ, ਇਹਦੇ ਬਾਰੇ ਵੀ ਇੰਡੀਅਨ ਕੋਰਟਸ ਨੂੰ ਪਤਾ ਹੋਣਾ ਚਾਹੀਦਾ। ਇਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਦੇ ਡੋਮੇਨੀਅਨ ਦੇ ਵਿੱਚ ਕਿਹੜੀਆਂ ਟੈਰੀਟਰੀਜ਼ ਆਉਂਦੀਆਂ ਨੇ, ਜਿੱਦਾਂ ਕਿ ਅਰੁਣਾਚਲ ਪ੍ਰਦੇਸ਼, ਸਿੱਕਿਮ ਜੋ ਕਿ ਪਹਿਲਾਂ ਇੰਡੀਆ ਦਾ ਪਾਰਟ ਨਹੀਂ ਸੀ, ਗੋਆ ਇੰਡੀਆ ਦਾ ਪਾਰਟ ਨਹੀਂ ਸੀ, ਬਟ ਬਾਅਦ ਵਿੱਚ ਇੰਡੀਆ ਦੇ ਡੋਮੇਨੀਅਨ ਦੇ ਵਿੱਚ ਉਹ ਆ ਗਏ, ਤੇ ਇਹਦੇ ਬਾਰੇ ਵੀ ਕੋਰਟ ਨੂੰ ਜੁਡੀਸ਼ੀਅਲ ਨੋਟਿਸ ਹੋਣਾ ਚਾਹੀਦਾ ਹੈ। ਇਹਦਾ ਮਤਲਬ ਸੈਕਸ਼ਨ ਨੰਬਰ 57 ਇਨਡਾਇਰੈਕਟ ਵੇ ਦੇ ਵਿੱਚ ਜੀਕੇ ਇੰਪਰੂਵ ਕਰਨ ਦੇ ਲਈ ਜੱਜਿਸ ਨੂੰ ਕਹਿਣ ਦਿਆ ਹੈ।
ਉਸ ਤੋਂ ਬਾਅਦ 11 ਨੰਬਰ ਦੇ ਉੱਤੇ ਕੀ ਆ ਕਿ ਅਗਰ ਗਵਰਨਮੈਂਟ ਆਫ ਇੰਡੀਆ ਦੀ ਕਿਸੇ ਸਟੇਟ ਦੇ ਨਾਲ ਜਾਂ ਬਾਡੀ ਆਫ ਪਰਸਨਸ ਦੇ ਨਾਲ, ਜਿੱਦਾਂ ਉਗਰਵਾਦੀ ਸੰਗਠਨ ਹੀ ਹੋ ਗਿਆ, ਅਗਰ ਕੋਈ ਹੋਸਟੈਲਿਟੀ ਮਤਲਬ ਦੁਸ਼ਮਣੀ ਸ਼ੁਰੂ ਹੋ ਗਈ, ਕਿੰਨੀ ਦੇਰ ਤੱਕ ਉਹ ਕੰਟੀਨਿਊ ਰਹੀ ਤੇ ਕਦੋਂ ਖਤਮ ਹੋ ਗਈ, ਇਹਦੇ ਬਾਰੇ ਵੀ ਇੰਡੀਅਨ ਕੋਰਟਸ ਨੂੰ ਇਲਮ ਹੋਣਾ ਚਾਹੀਦਾ ਹੈ, ਜੁਡੀਸ਼ੀਅਲ ਨੋਟਿਸ ਹੋਣਾ ਚਾਹੀਦਾ ਹੈ। ਦੀ ਕਮੈਂਸਮੈਂਟ, continuance and termination of hostilities between the government of India and any other state or body of persons। ਸੋ ਇਹ ਹੋ ਗਿਆ 11ਵਾਂ ਪੁਆਇੰਟ। ਉਸ ਤੋਂ ਬਾਅਦ 12ਵਾਂ ਪੁਆਇੰਟ ਕੀ ਕਹਿ ਰਿਹਾ ਹੈ, ਅਗਰ ਕੋਈ ਕੋਰਟ ਹੈਗੀ ਹੈ ਤਾਂ ਕੋਰਟ ਦੇ ਆਫੀਸਰਸ ਦੇ ਨਾਮ, ਉਹਨਾਂ ਦੇ ਮੈਂਬਰਸ ਦੇ ਨਾਮ, ਉਹਨਾਂ ਦੇ ਵੱਲੋਂ ਅਗਰ ਕੋਈ ਭੇਜਿਆ ਗਿਆ ਡੈਪਿਊਟੀ ਆ ਤੇ ਜਾਂ ਉਹਨਾਂ ਦੇ ਵੱਲੋਂ ਕੋਈ ਭੇਜਿਆ ਗਿਆ ਸਬਆਰਡੀਨੇਟ ਆਫਿਸ ਹੈਗਾ ਵਾ ਜਾਂ ਅਸਿਸਟੈਂਟ ਹੈਗਾ ਵਾ, ਤੇ ਜਿਹੜੇ ਉਹ ਸਾਰੇ ਆਫੀਸਰ ਜੋ ਕਿ ਉਸ ਕੋਰਟ ਦੀ ਪ੍ਰੋਸੈਸ ਦੇ ਵਿੱਚ ਕੰਮ ਕਰਦੇ ਪਏ ਨੇ, ਤੇ ਉਸ ਕੋਰਟ ਦੇ ਵਿੱਚ ਸਾਰੇ ਜਿੰਨੇ ਐਡਵੋਕੇਟ, ਅਟਾਰਨੀ, ਪ੍ਰੋਕੁਰਟਲਸ, ਵਕੀਲ, ਪਲੀਡਰ ਤੇ ਜਾਂ ਅਦਰ ਪਰਸਨ ਜਿਹੜੇ ਕਿ ਉਸ ਕੋਰਟ ਦੇ ਵਿੱਚ ਅਪੀਅਰ ਹੋਣ ਤੇ ਐਕਟ ਕਰਨ ਦੇ ਲਈ ਇੰਟਾਈਟਲ ਹੈਗੇ ਆ, ਇਹਦੇ ਬਾਰੇ ਵੀ ਕੋਰਟ ਨੂੰ ਜੁਡੀਸ਼ੀਅਲ ਨੋਟਿਸ ਹੋਣਾ ਚਾਹੀਦਾ ਹੈ। ਸੋ ਆਈ ਵਾਂਟ ਟੂ ਰਿਪੀਟ the names of the members and officers of the court and of their deputies and subordinate offices and assistant, and also of all officers acting in execution of its process, and of all advocate, attorney, proctors, wakils, pleader and other persons authorized by law to appear or act before it, ਇਹਨਾਂ ਦੇ ਬਾਰੇ ਕੋਰਟ ਨੂੰ ਜੁਡੀਸ਼ੀਅਲ ਨੋਟਿਸ ਹੋਣਾ ਚਾਹੀਦਾ ਹੈ। ਤੋ ਰੋਡ ਦੇ ਉੱਤੇ ਰੂਲਸ ਕੀ ਹੈਗੇ ਨੇ, ਲੈਂਡ ਦੇ ਉੱਤੇ ਕੀ ਹੈਗੇ ਨੇ, ਸਮੁੰਦਰ ਦੇ ਵਿੱਚ ਕੀ ਕਾਨੂੰਨ ਹੈਗੇ ਨੇ, ਇਹਦੇ ਬਾਰੇ ਵੀ ਕੋਰਟ ਨੂੰ ਜੁਡੀਸ਼ੀਅਲ ਨੋਟਿਸ ਹੋਣਾ ਚਾਹੀਦਾ ਹੈ। ਹੁਣ ਇੱਕ ਗੱਲ ਬੜੀ ਇੰਪੋਰਟੈਂਟ ਆ, ਇਨ ਆਲ ਥੀਸ ਕੇਸਿਸ, ਜੋ 13 ਕੇਸਿਸ ਆਪਾਂ ਪੜ੍ਹੇ ਆ, ਐਂਡ ਆਲਸੋ ਇਨ ਮੈਟਰਸ ਆਫ ਪਬਲਿਕ ਹਿਸਟਰੀ, ਲਿਟਰੇਚਰ, ਸਾਇੰਸ ਔਰ ਆਰਟ, the court may resort for its aid to appropriate books or documents of reference। ਹੁਣ ਇਹ ਸਾਰੇ ਜੋ 13 ਕੇਸਿਸ ਨੇ, ਠੀਕ ਹੈ, 13 ਕੇਸਿਸ ਦੇ ਬਾਰੇ ਇਹ ਤਾਂ ਨਹੀਂ ਪਤਾ ਕਿ ਹਰ ਜੱਜ ਦੇ ਦਿਮਾਗ ਦੇ ਵਿੱਚ ਬੈਠਾ ਹੋਵੇ ਕਿ ਹਾਂਜੀ ਇਸ ਪਾਰਟਿਕੂਲਰ ਰਾਜੇ ਦਾ ਕੀ ਨਾਮ ਹੈਗਾ, ਨੈਸ਼ਨਲ ਫਲੈਗ ਕਿਦਾਂ ਦਾ ਹੈਗਾ ਵਾ, ਤੇ ਜਾਂ ਕੋਈ ਪਬਲਿਕ ਹਿਸਟਰੀ ਦੇ ਰਿਗਾਰਡਿੰਗਲੀ, ਲਿਟਰੇਚਰ ਦੇ ਰਿਗਾਰਡਿੰਗਲੀ, ਸਾਇੰਸ ਦੇ ਰਿਗਾਰਡਿੰਗਲੀ ਜਾਂ ਆਰਟ ਦੇ ਰਿਗਾਰਡਿੰਗਲੀ ਕੋਰਟ ਕੀ ਕਰ ਸਕਦੀ ਆ, ਆਪਣੀ ਮਦਦ ਦੇ ਲਈ ਐਪਰੋਪਰੀਏਟ ਬੁੱਕ ਜਾਂ ਡਾਕੂਮੈਂਟ ਆਫ ਰੈਫਰੈਂਸ ਦਾ ਸਹਾਰਾ ਲੈ ਸਕਦੀ ਹੈ। If the court is called upon by any person to take judicial notice of any fact, it may refuse to do so unless and until such person produce any such book or document as it may consider necessary to enable it to do so। ਅਗਰ ਕੋਈ ਵਿਅਕਤੀ ਕੋਰਟ ਨੂੰ ਇਹ ਗੱਲ ਕਹਿੰਦਾ ਏ ਕਿ ਕਿਸੇ ਫੈਕਟ ਦੇ ਬਾਰੇ ਜੁਡੀਸ਼ੀਅਲ ਨੋਟਿਸ ਲਓ, ਅਗਰ ਉਸ ਫੈਕਟ ਦੇ ਰਿਗਾਰਡਿੰਗਲੀ ਕੋਰਟ ਦੇ ਕੋਲ ਕੋਈ ਕਿਤਾਬ ਜਾਂ ਬੁੱਕ ਨਹੀਂ ਹੈਗੀ ਜੋ ਕਿ ਕੋਰਟ ਨੂੰ ਮਦਦ ਕਰੇ ਜੁਡੀਸ਼ੀਅਲ ਨੋਟਿਸ ਲੈਣ ਦੇ ਉੱਤੇ, ਕੋਰਟ ਉਸ ਟਾਈਮ ਦੇ ਉੱਤੇ ਜੁਡੀਸ਼ੀਅਲ ਨੋਟਿਸ ਲੈਣ ਤੇ ਮਨਾ ਵੀ ਕਰ ਸਕਦੀ ਹੈ। ਪਰ ਅਗਰ ਉਸ ਵਿਅਕਤੀ ਦੇ ਦੁਆਰਾ ਉਸ ਕਿਤਾਬ ਨੂੰ ਜਾਂ ਡਾਕੂਮੈਂਟ ਨੂੰ ਕੋਰਟ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ ਹੈ, ਜਿਹਦੇ ਵਿੱਚ ਉੱਪਰ ਲਿਖੇ ਗਏ 13 ਪੁਆਇੰਟਾਂ ਦੇ ਬਾਰੇ ਕੋਈ ਫੈਕਟ ਦੇ ਬਾਰੇ ਇਨਫੋਰਮੇਸ਼ਨ ਆ, ਜਾਂ ਪਬਲਿਕ ਹਿਸਟਰੀ, ਲਿਟਰੇਚਰ, ਸਾਇੰਸ ਔਰ ਆਰਟ ਦੇ ਬਾਰੇ ਅਗਰ ਕੋਈ ਸੂਚਨਾ ਜੇ ਕੋਈ ਉਹਦੇ ਵਿੱਚ ਲਿਖੀ ਹੈਗੀ ਆ, ਤੇ ਫਿਰ ਉਸ ਟਾਈਮ ਦੇ ਉੱਤੇ ਕੋਰਟ ਨੂੰ ਉਸ ਫੈਕਟ ਦੇ ਉੱਤੇ ਵੀ ਜੁਡੀਸ਼ੀਅਲ ਨੋਟਿਸ ਲੈਣਾ ਪਏਗਾ। ਸੋ ਦਿਸ ਇਜ਼ ਸਮਥਿੰਗ ਅਬਾਊਟ ਸੈਕਸ਼ਨ ਨੰਬਰ 56 ਐਂਡ 57। ਤੋਂ ਸੈਕਸ਼ਨ 56 ਦੇ ਵਿੱਚ ਅਸੀਂ ਪੜ੍ਹਿਆ ਫੈਕਟ ਜੁਡੀਸ਼ੀਅਲੀ ਨੋਟਿਸਿਏਬਲ ਨੀਡ ਨਾਟ ਬੀ ਪ੍ਰੂਵਡ। ਉਹ ਫੈਕਟ ਜਿਹੜੇ ਕਿ ਕੋਰਟ ਦੇ ਦੁਆਰਾ ਜੁਡੀਸ਼ੀਅਲੀ ਨੋਟਿਸਿਏਬਲ ਹੈਗੇ ਆ, ਇਹਨਾਂ ਨੂੰ ਸਾਬਤ ਕਰਨ ਦੀ ਲੋੜ ਨਹੀਂ ਹੈਗੀ। ਤੇ ਦੂਸਰੇ ਨੰਬਰ ਦੇ ਉੱਤੇ ਪੜ੍ਹਿਆ ਕਿ ਫੈਕਟ ਉਹ ਕਿਹੜੇ ਫੈਕਟ ਨੇ ਜਿਨ੍ਹਾਂ ਦੇ ਉੱਤੇ ਕੋਰਟ ਨੇ ਜੁਡੀਸ਼ੀਅਲ ਨੋਟਿਸ ਲੈਣਾ ਹੈ। ਆਓ ਜੀ ਇਸ ਚੈਪਟਰ ਦਾ ਅਖੀਰਲਾ ਸੈਕਸ਼ਨ ਨੰਬਰ 58 ਵੀ ਆਪਾਂ ਪੜ੍ਹ ਲਈਏ। ਹੁਣ ਅਗਰ ਕੋਈ ਫੈਕਟ ਦੂਸਰੇ ਵਿਅਕਤੀ ਦੇ ਦੁਆਰਾ ਐਡਮਿਟ ਕਰ ਲਿੱਤਾ ਜਾਂਦਾ ਹੈ, ਮੈਂ ਬਾਰ-ਬਾਰ ਐਡਮਿਸ਼ਨ ਦੇ ਬਾਰੇ ਜਦੋਂ ਪੜ੍ਹਾਉਣਾ ਸੀ ਸੈਕਸ਼ਨ ਨੰਬਰ 17 ਤੋਂ, ਅਗਰ ਕੋਈ ਫੈਕਟ ਦੂਸਰੀ ਪਾਰਟੀ ਦੇ ਦੁਆਰਾ ਐਡਮਿਟ ਕਰ ਲਿੱਤਾ ਜਾਂਦਾ ਹੈ ਤੇ ਉਸ ਫੈਕਟ ਨੂੰ ਸਾਬਤ ਕਰਨ ਦੀ ਲੋੜ ਨਹੀਂ ਹੈਗੀ। ਪਰ ਅਗਰ ਕੋਰਟ ਦੀ ਡਿਸਕ੍ਰਿਸ਼ਨ ਆ, ਕੋਰਟ ਇਹ ਕਹਿੰਦੀ ਆ ਕਿ ਚਾਹੇ ਦੂਸਰੀ ਪਾਰਟੀ ਨੇ ਫੈਕਟ ਐਡਮਿਟ ਕਰ ਲਿਆ ਏ ਬਟ ਮੈਨੂੰ ਫਿਰ ਵੀ ਉਸ ਫੈਕਟ ਦਾ ਐਵੀਡੈਂਸ ਚਾਹੀਦਾ ਏ, then the court can do so। तो section 58 की कह रहा है, no fact need be proved in any proceeding
ਕਿਸੇ ਫੈਕਟ ਨੂੰ ਕਿਸੇ ਪ੍ਰੋਸੀਡਿੰਗ ਦੇ ਵਿੱਚ ਸਾਬਤ ਕਰਨ ਦੀ ਲੋੜ ਨਹੀਂ ਹੈਗੀ which the parties thereto or their agent agree to admit at the hearing, ਜਿਹਦੇ ਉੱਤੇ ਪਾਰਟੀਆਂ ਐਗਰੀ ਕਰ ਚੁੱਕੀਆਂ ਨੇ ਐਡਮਿਟ ਕਰਨ ਦੇ ਲਈ ਹੀਅਰਿੰਗ ਦੇ ਵਿੱਚ, ਔਰ which before the hearing they agree to admit by any writing under their hands, ਤੇ ਜਾਂ ਅਗਰ ਕੋਈ ਫੈਕਟ ਉਹਨਾਂ ਨੇ ਲਿਖਾਈ ਦੇ ਵਿੱਚ ਐਡਮਿਟ ਕਰ ਲਿਆ ਤਾਂ ਉਸ ਨੂੰ ਸਾਬਤ ਕਰਨ ਦੀ ਲੋੜ ਨਹੀਂ ਹੈਗੀ। ਤੇ ਜਾਂ ਇਦਾਂ ਦਾ ਫੈਕਟ ਜਿਹੜਾ ਕਿ ਰੂਲ ਆਫ ਪਲੀਡਿੰਗ ਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਅਗਰ ਕਿਸੇ ਫੈਕਟ ਨੇ ਅਗਰ ਕਿਸੇ ਫੈਕਟ ਦੇ ਬਾਰੇ ਦੂਸਰੀ ਪਾਰਟੀ ਨੇ ਚਾਹੇ ਗਲਤੀ ਨਾਲ ਹੀ ਐਡਮਿਸ਼ਨ ਕਰ ਦਿੱਤੀ ਆ, ਉਹਨੂੰ ਐਡਮਿਸ਼ਨ ਮੰਨੀ ਜਾਊਗੀ, ਤੇ ਜਾਂ ਅਗਰ ਕਿਸੇ ਐਲੀਗੇਸ਼ਨ ਨੂੰ ਦੂਜੀ ਪਾਰਟੀ ਡਿਨਾਈ ਨਹੀਂ ਕਰਦੀ ਤਾਂ ਉਹਨੂੰ ਐਡਮਿਸ਼ਨ ਮੰਨੀ ਜਾਊਗੀ। ਤਾਂ ਫਿਰ ਉਸ ਟਾਈਮ ਦੇ ਉੱਤੇ ਵੀ ਦੂਸਰੀ ਪਾਰਟੀ ਨੂੰ, ਜਿਹੜੀ ਪਾਰਟੀ ਦੇ ਦੁਆਰਾ ਉਹ ਐਲੀਗੇਸ਼ਨ ਲਾਈ ਗਈ ਆ, ਉਹਨੂੰ ਉਸ ਫੈਕਟ ਨੂੰ ਸਾਬਤ ਕਰਨ ਦੀ ਲੋੜ ਨਹੀਂ ਹੈਗੀ। or which by any rule of pleading in force at the time they are deemed to have admitted by their pleadings। ਪਰ ਇੱਕ ਪ੍ਰੋਵੀਜ਼ੋ ਵੀ ਹੈਗਾ ਵਾ, provided that court may in its discretion requires the fact admitted to be proved otherwise than by such admission। ਕੋਰਟ ਦੀ ਮਰਜ਼ੀ ਆ, ਕੋਰਟ ਅਗਰ ਚਾਹੇ ਤਾਂ ਜਿਹੜੇ ਮੰਨੇ ਹੋਏ ਫੈਕਟ ਨੂੰ ਵੀ ਐਵੀਡੈਂਸ ਦੇ ਰਾਹੀਂ ਸਾਬਤ ਕਰਨ ਦੇ ਲਈ ਕਹਿ ਸਕਦੀ ਆ। ਸੋ ਇੱਕ ਵਾਰ ਮੈਂ ਸੈਕਸ਼ਨ 58 ਨੂੰ ਰਿਪੀਟ ਕਰ ਦੇਣਾ, ਉਸ ਤੋਂ ਬਾਅਦ ਅਸੀਂ ਇਸ ਅੱਜ ਦੇ ਲੈਕਚਰ ਨੂੰ ਇੱਥੇ ਕਲੋਜ਼ ਕਰ ਦਾਂਗੇ ਸੈਕਸ਼ਨ 58 ਤੱਕ ਕਰਕੇ। ਸੈਕਸ਼ਨ 58 ਕੀ ਕਹਿ ਰਿਹਾ ਹੈ? ਫੈਕਟ ਐਡਮਿਟਡ ਨੀਡ ਨਾਟ ਬੀ ਪ੍ਰੂਵਡ। No fact need be proved in any proceeding which the parties thereto or their agent agree to admit at the hearing, or which before the hearing they agree to admit by any writing under their hands, or which by any rule of pleading in force at the time they have deemed to have admitted by their pleadings, provided that court may in its discretion require the fact admitted to be proved otherwise than by such admissions।